ਅਲਬਰਟਾ ਗਵਰਨਮੈਂਟ ਨੇ ਮੈਂ ਸੁਣਿਆ ਵੀ ਕੋਈ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ। ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ ਵੀ ਕਿਹੜਾ ਪ੍ਰੋਗਰਾਮ ਆ, ਉਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਨੇ, ਐਲੀਜੀਬਿਲਟੀ ਕੀ ਹੈ ਔਰ ਕਦੋਂ ਅਪਲਾਈ ਕੀਤਾ ਜਾ ਸਕਦਾ। ਹਾਂਜੀ ਮਨਜੀਤ ਜੀ, ਵੈਰੀ ਗੁੱਡ ਕੁਐਸਚਨ। 24 ਨੂੰ ਹੀ ਇੱਕ ਅਨਾਉਂਸਮੈਂਟ ਹੋਈ ਹੈ ਅਲਬਰਟਾ ਗਵਰਨਮੈਂਟ ਤੋਂ। ਸੋ ਪੇਰੈਂਟਸ ਲਈ ਇਹ ਖੁਸ਼ਖਬਰੀ ਹੈ। ਬੇਸਿਕਲੀ ਇਟਸ ਅ ਬੈਨੀਫਿਟ ਫॉर ਵਰਕਿੰਗ ਪੇਰੈਂਟਸ। ਸੋ ਉਹਨਾਂ ਨੂੰ $561 ਪਰ ਕਿਡ ਮਿਲ ਸਕਦੇ ਆ ਜੇ ਉਹਨਾਂ ਦੀਆਂ ਕੰਡੀਸ਼ਨਸ ਮੈਚ ਹੋ ਜਾਂਦੀਆਂ ਆ। ਸੋ ਐਲੀਜੀਬਿਲਟੀ ਹੈ ਕਿ ਫੈਮਿਲੀ ਹਾਊਸ ਹੋਲਡ ਇਨਕਮ ਸ਼ੁੱਡ ਬੀ 100,000 ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ 2020 'ਚ। ਜਿਹੜਾ ਚਾਈਲਡ ਹੈ ਉਹ ਫੈਬਰਰੀ 29 2008 ਦਾ ਜਾਂ ਉਸ ਤੋਂ ਬਾਅਦ ਦਾ ਬੋਰਨ ਹੋਣਾ ਚਾਹੀਦਾ। ਸੋ ਅਪਰੋਕਸੀਮੇਟ ਏਜ ਬਣ ਰਹੀ 30 ਇਅਰਸ। ਠੀਕ ਹੈ। ਸੋ ਬੱਚਾ 13 ਸਾਲ ਤੋਂ ਜੇ ਘੱਟ ਹੈਗਾ ਤੇ ਤੁਸੀਂ ਉਹਦੇ ਲਈ ਕਲੇਮ ਲੈ ਸਕਦੇ ਹੋ। ਪੈਂਡੈਮਿਕ ਦੇ ਕਰਕੇ ਕੰਮਕਾਰ ਘੱਟ ਸਨ, ਹੋ ਸਕਦਾ ਉਹਨਾਂ ਨੇ ਕੰਮ ਨਾ ਕੀਤਾ ਹੋਵੇ, ਇਨਕਮ ਨਾ ਹੋਵੇ, ਪਰ ਕੀ ਉਹ ਟੈਕਸ ਫਾਈਲ ਕਰਨ? ਜੇ ਕਰਨ ਤੇ ਕੀ ਉਹਨਾਂ ਨੂੰ ਬੈਨੀਫਿਟ ਹੋ ਸਕਦਾ? ਹਾਂਜੀ ਮਨਜੀਤ ਜੀ, ਦਿਸ ਇਜ਼ ਵੈਰੀ ਗੁੱਡ ਕੁਐਸਚਨ ਫॉर ਸਪੈਸ਼ਲੀ ਫॉर द ਨਿਊ ਕਮਰਸ ਜੀ, ਕਿਉਂਕਿ ਉਹਨਾਂ ਨੂੰ ਬੇਸਿਕਲੀ ਟੈਕਸੇਸ਼ਨ ਸਿਸਟਮ ਦੀ ਨੌਲੇਜ ਨਹੀਂ ਹੁੰਦੀ ਜੀ। ਕਈ ਵਾਰੀ ਲੈਕ ਆਫ ਅਵੇਅਰਨੈਸ ਕਰਕੇ ਬਹੁਤ ਸਾਰੇ ਬੈਨੀਫਿਟਸ ਮਿਸ ਕਰ ਜਾਂਦੇ ਨੇ। ਬਿਲਕੁਲ। ਸੋ ਮੇਰਾ ਆਨਸਰ ਹੈ ਯੈਸ ਕਿ ਉਹਨਾਂ ਨੂੰ 100% ਟੈਕਸ ਰਿਟਰਨ ਫਾਈਲ ਕਰਨੀ ਚਾਹੀਦੀ ਜੀ, ਕਿਉਂਕਿ ਬਹੁਤ ਸਾਰੇ ਬੈਨੀਫਿਟਸ ਬੇਸਡ ਔਨ ਇਨਕਮ, GST ਕ੍ਰੈਡਿਟ ਹੈ, ਜੀ, ਚਾਈਲਡ ਬੈਨੀਫਿਟ ਹੈ, ਸਾਰੇ ਉਹ ਇਨਕਮ ਤੇ ਬੇਸਡ ਹੁੰਦੇ ਆ। ਬਿਲਕੁਲ ਇਹ ਬੈਨੀਫਿਟ ਡੇ 1 ਤੋਂ ਸਟਾਰਟ ਹੋ ਜਾਂਦੇ ਆ। ਬਿਲਕੁਲ। ਇਸ ਕਰਕੇ ਰਿਟਰਨ ਫਾਈਲ ਕਰਨੀ ਬਹੁਤ ਜ਼ਰੂਰੀ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਡ ਆਈ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵਿੱਚ ਟੈਕਸ ਸੀਜ਼ਨ ਸਟਾਰਟ ਹੋ ਚੁੱਕਿਆ ਹੈ। ਟੈਕਸ ਨਾਲ ਰਿਲੇਟਡ ਨਵੀਆਂ ਕੀ ਅਪਡੇਟਸ ਹਨ, ਕੀ ਹੋਰ ਅਹਿਮ ਜਾਣਕਾਰੀਆਂ ਹਨ, ਇਸ ਬਾਬਤ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਟੂਡੀਓ ਵਿੱਚ EK ਤ੍ਰੇਹਨ ਅਕਾਊਂਟਿੰਗ ਫਰਮ ਤੋਂ ਮਮਤਾ ਤ੍ਰੇਹਨ ਜੀ ਨੂੰ ਬੁਲਾਇਆ ਹੈ। ਆਓ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ। ਮਮਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨਜੀਤ ਜੀ। ਸੋ ਪੰਜਾਬੀ ਨੈਸ਼ਨਲ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਡੇ। ਆਪਾਂ ਅੱਜ ਮੇਰੇ ਖਿਆਲ ਅੱਜ ਮੇਰੇ ਕੋਲ ਥੋੜ੍ਹੀਆਂ ਐਕਸਾਈਟਿਡ ਨਿਊਜ਼ ਆ। ਬਿਲਕੁਲ ਜੀ, ਕਾਫੀ ਅਹਿਮ ਜਾਣਕਾਰੀਆਂ ਨੇ ਦਰਸ਼ਕਾਂ ਦੇ ਨਾਲ ਆਪਾਂ ਸਾਂਝੀਆਂ ਕਰਾਂਗੇ। ਹਾਂਜੀ, ਸ਼ੁਰੂਆਤ ਕਰਦੇ ਹਾਂ ਕਿ ਟੈਕਸ ਫਾਈਲ ਕਰਨ ਦੀਆਂ ਜਿਹੜੀਆਂ ਡੈਡਲਾਈਨਸ ਨੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝੀਆਂ ਕਰੋ ਵੀ ਉਹ ਕਿਤੇ ਖੁੰਝ ਨਾ ਜਾਣ। ਓ ਯੈਸ ਜ਼ਰੂਰ, ਇਹ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਜੀ। ਸੋ ਵੈਸੇ ਸਾਰਿਆਂ ਨੂੰ ਪਤਾ ਹੈ ਕਿ 30 ਅਪ੍ਰੈਲ ਡੈਡਲਾਈਨ ਹੁੰਦੀ ਹੈ ਜੀ। ਸੋ ਇਸ ਸਾਲ ਵੀ 30 ਅਪ੍ਰੈਲ ਹੀ ਡੈਡਲਾਈਨ ਹੈ। ਫਿਲਹਾਲ ਤੱਕ ਤਾਂ CRA ਤੋਂ ਕੋਈ ਨਿਊਜ਼ ਨਹੀਂ ਹੈ ਜੀ। ਜੇ ਉਸ ਤੋਂ ਬਾਅਦ ਕੁਝ ਆ ਜਾਂਦਾ ਹੈ ਤਾਂ ਲੈਟਸ ਸੀ। ਜਿਸ ਤਰ੍ਹਾਂ ਲਾਸਟ ਈਅਰ ਜਿਹੜੀ ਟੈਕਸ ਡੈਡਲਾਈਨ ਆ ਉਹ 31 ਅਗਸਤ ਤੱਕ ਚਲੀ ਗਈ ਸੀ ਜੀ, ਪਰ ਇਸ ਵਾਰ ਹੋਪਫੁਲੀ ਨਹੀਂ ਜਾ ਰਹੀ। ਜਿਵੇਂ ਕਿ 22 ਫੈਬਰਰੀ ਤੋਂ ਟੈਕਸ ਆਲਰੇਡੀ ਸ਼ੁਰੂ ਹੋ ਚੁੱਕੇ ਆ। ਸੋ ਫਾਈਲਸ ਸਬਮਿਸ਼ਨ ਹੋ ਰਹੀਆਂ ਹੈਗੀਆਂ CRA ਨੂੰ ਤੇ ਬਟ 30 ਅਪ੍ਰੈਲ ਤੱਕ ਤੁਸੀਂ ਧਿਆਨ ਰੱਖਣਾ ਹੈ। ਮੋਰ ਓਵਰ ਜੇ ਤੁਸੀਂ ਕੋਈ ਟੈਕਸ ਓ ਕਰ ਰਹੇ ਆ CRA ਨੂੰ ਤਾਂ ਉਹ ਵੀ ਤੁਸੀਂ 30 ਅਪ੍ਰੈਲ ਤੱਕ ਡਿਪੋਜ਼ਿਟ ਕਰਾਉਣਾ ਹੈਗਾ। ਪਰ ਬਾਈ ਚਾਂਸ ਇਸ ਵਾਰੀ ਇੱਕ ਗੁੱਡ ਨਿਊਜ਼ ਇਹ ਹੈ ਕਿ ਇੰਟਰਸਟ ਨਹੀਂ ਚਾਰਜ ਕਰਨਗੇ ਉਹ ਅਪ ਟੂ 12 ਮੰਥਸ ਤੱਕ। ਠੀਕ ਹੈ, ਬਟ ਪੈਨਲਟੀ ਇਜ਼ देयर ਜੀ। 5% ਪੈਨਲਟੀ ਹੈ ਲੇਟ ਫਾਈਲਿੰਗ ਤੇ, ਪਰ ਇੰਟਰਸਟ ਨਹੀਂ ਚਾਰਜ ਹੋਏਗਾ। ਫਿਰ ਵੀ ਕਾਫੀ ਵੱਡੀ ਰਾਹਤ ਆ। ਯੈਸ, ਇਟਸ 12 ਮਹੀਨੇ ਤੱਕ ਤੁਹਾਨੂੰ ਕੋਈ ਇੰਟਰਸਟ ਨਹੀਂ ਚਾਰਜ ਕਰਨਾ ਉਹਨਾਂ ਨੇ। ਮਮਤਾ ਜੀ, ਨੋ ਡਾਊਟ ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਮਾਰਚ 2020 ਤੋਂ ਲੈ ਕੇ CRA ਨੇ ਟੈਕਸ ਰਿਲੇਟਡ ਕਾਫੀ ਤਬਦੀਲੀਆਂ ਕੀਤੀਆਂ ਨੇ। ਹਾਂਜੀ, ਔਰ ਕਾਫੀ ਇਹੋ ਜਿਹੇ ਪ੍ਰੋਗਰਾਮ ਵੀ ਡਿਵੈਲਪ ਕੀਤੇ ਨੇ ਜਿਨ੍ਹਾਂ ਦੇ ਨਾਲ ਕੈਨੇਡੀਅਨਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਾਹਤ ਮਿਲੇ, ਹੈਲਪ ਹੋਵੇ। ਅਲਬਰਟਾ ਗਵਰਨਮੈਂਟ ਨੇ ਮੈਂ ਸੁਣਿਆ ਵੀ ਕੋਈ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ। ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ ਵੀ ਕਿਹੜਾ ਪ੍ਰੋਗਰਾਮ ਆ, ਉਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਨੇ, ਐਲੀਜੀਬਿਲਟੀ ਕੀ ਹੈ ਔਰ ਕਦੋਂ ਅਪਲਾਈ ਕੀਤਾ ਜਾ ਸਕਦਾ? ਹਾਂਜੀ ਮਨਜੀਤ ਜੀ, ਵੈਰੀ ਗੁੱਡ ਕੁਐਸਚਨ। 24 ਨੂੰ ਹੀ ਇੱਕ ਅਨਾਉਂਸਮੈਂਟ ਹੋਈ ਹੈ ਅਲਬਰਟਾ ਗਵਰਨਮੈਂਟ ਤੋਂ। ਸੋ ਪੇਰੈਂਟਸ ਲਈ ਇਹ ਖੁਸ਼ਖਬਰੀ ਹੈ। ਬੇਸਿਕਲੀ ਇਟਸ ਅ ਬੈਨੀਫਿਟ ਫॉर ਵਰਕਿੰਗ ਪੇਰੈਂਟਸ। ਸੋ ਉਹਨਾਂ ਨੂੰ $561 ਪਰ ਕਿਡ ਮਿਲ ਸਕਦੇ ਆ ਜੇ ਉਹਨਾਂ ਦੀਆਂ ਕੰਡੀਸ਼ਨਸ ਮੈਚ ਹੋ ਜਾਂਦੀਆਂ ਆ। ਸੋ ਐਲੀਜੀਬਿਲਟੀ ਹੈ ਕਿ ਫੈਮਿਲੀ ਹਾਊਸ ਹੋਲਡ ਇਨਕਮ ਸ਼ੁੱਡ ਬੀ
100,000 ਜਾਂ ਉਹ ਤੋਂ ਘੱਟ ਹੋਣੀ ਚਾਹੀਦੀ ਹੈ 2020 ਚ। ਜਿਹੜਾ ਚਾਈਲਡ ਹੈ ਉਹ ਫੈਬਰਰੀ 29 2008 ਦਾ ਜਾਂ ਉਸ ਤੋਂ ਬਾਅਦ ਦਾ ਬੋਰਨ ਹੋਣਾ ਚਾਹੀਦਾ। ਸੋ ਅਪਰੋਕਸੀਮੇਟ ਏਜ ਬਣ ਰਹੀ 13 ਇਅਰਸ। ਠੀਕ ਹੈ ਜੀ। ਸੋ ਬੱਚਾ 13 ਸਾਲ ਤੋਂ ਜੇ ਘੱਟ ਹੈਗਾ ਤੇ ਤੁਸੀਂ ਉਹਦੇ ਲਈ ਕਲੇਮ ਲੈ ਸਕਦੇ ਆ। ਠੀਕ ਹੈ। ਪਰ ਤੁਹਾਡੇ ਕੋਲ ਰਸੀਟ ਵੀ ਹੋਣੀ ਚਾਹੀਦੀ ਕਿ ਤੁਸੀਂ ਵੀ ਉਹ ਪੇਮੈਂਟ ਕੀਤੀ ਹੋਈ ਡੇ ਕੇਅਰ ਨੂੰ 1 ਅਪ੍ਰੈਲ ਤੋਂ 31 ਦਸੰਬਰ ਦੇ ਵਿੱਚ। ਔਰ ਡੇ ਕੇਅਰ ਜਿਹੜਾ ਉਹ ਲਾਇਸੈਂਸਡ ਹੋਣਾ ਚਾਹੀਦਾ ਜੀ? ਉਹ ਕੋਈ ਵੀ ਹੋ ਸਕਦਾ, ਲਾਇਸੈਂਸਡ, ਨਾਨ ਲਾਇਸੈਂਸਡ, ਈਵਨ ਕਿ ਫੈਮਿਲੀ ਮੈਂਬਰ ਤੋਂ ਵੀ ਤੁਸੀਂ ਰਸੀਟ ਲੈ ਸਕਦੇ ਜੇ ਅਗਰ ਤੁਸੀਂ। ਕਈ ਵਾਰੀ ਫੈਮਿਲੀਜ਼ ਚ ਐਲਡਰ ਬੱਚੇ ਹੁੰਦੇ ਆ ਜੀ, ਸੋ ਪੇਰੈਂਟਸ ਚਾਹੁੰਦੇ ਆ ਕਿ ਉਹ ਛੋਟੇ ਬੱਚੇ ਨੂੰ ਬੇਬੀ ਸਿਟ ਕਰ ਲੈਣ, ਤਾਂ ਉਹ ਆਪਣੇ ਫੈਮਿਲੀ ਚੋਂ ਵੀ ਹੋ ਸਕਦਾ ਆ ਔਰ ਡੇ ਕੇਅਰ ਚੋਂ ਵੀ ਹੋ ਸਕਦਾ ਹੈ। ਤੇ ਇਹ ਅਪਲਾਈ ਕਦੋਂ ਕੀਤਾ ਜਾ ਸਕਦਾ ਜੀ ਬੈਨੀਫਿਟ? ਹਾਂਜੀ, ਐਡਮਿੰਟਨ ਵਾਸਤੇ ਡੇਟ ਹੈਗੀ ਆ 4 ਮਾਰਚ 2021 ਤੇ ਕੈਲਗਰੀ ਲਈ ਡੇਟ ਹੈਗੀ ਆ 5 ਮਾਰਚ 2021 ਜੀ। ਪਰ ਜੇ ਬਾਈ ਚਾਂਸ ਉਹ ਰਹਿ ਗਿਆ ਕੋਈ ਵੀ ਤਾਂ 6 ਮਾਰਚ ਤੋਂ ਲੈ ਕੇ 31 ਮਾਰਚ 2021 ਤੱਕ ਐਪਲੀਕੇਸ਼ਨਸ ਅਪਲਾਈ ਕਰ ਸਕਦੇ ਹਾਂ ਜੀ। ਇੱਕ ਹੋਰ ਅਹਿਮ ਸਵਾਲ ਆ, ਕਿਉਂਕਿ ਜਿੰਨੇ ਵੀ ਹੁਣ ਤੱਕ CRB ਦੀ ਗੱਲ ਕਰ ਲਈਏ ਜਾਂ CRB ਦੀ ਗੱਲ ਕਰ ਲਈਏ, ਇਹਨਾਂ ਉੱਪਰ ਟੈਕਸ ਦੇਣਾ ਪੈਂਦਾ। ਇਹ ਜਿਹੜਾ ਇੱਕ ਨਵਾਂ ਪ੍ਰੋਗਰਾਮ ਤੁਸੀਂ ਦੱਸ ਰਹੇ ਜੇ $561 ਜਿਹੜੇ ਨੇ ਪਰ ਚਾਈਲਡ ਅਲਬਰਟਨਸ ਨੂੰ ਮਿਲਣੇ ਨੇ ਵਰਕਿੰਗ ਪੇਰੈਂਟਸ ਨੂੰ, ਹਾਂਜੀ, ਕੀ ਇਹ ਟੈਕਸੇਬਲ ਹੈ? ਇਟਸ ਅ ਗੁੱਡ ਬੈਨੀਫਿਟ ਫॉर ਪੇਰੈਂਟਸ ਕਿਉਂਕਿ ਇਹ ਨॉन ਟੈਕਸੇਬਲ ਬੈਨੀਫਿਟ ਹੈ। ਅੱਛਾ ਜੀ। ਹਾਂਜੀ, ਸੋ ਪਰ ਚਾਈਲਡ $561 ਅਪਲਾਈ ਕਰ ਸਕਦੇ ਆ। ਠੀਕ ਹੈ। ਬਟ ਬੱਚਾ ਜਿਹੜਾ ਉਹ 13 ਸਾਲ ਤੋਂ ਘੱਟ ਹੋਣਾ ਚਾਹੀਦਾ। 13 ਸਾਲ ਤੋਂ ਘੱਟ ਹੋਣਾ ਚਾਹੀਦਾ। ਇੱਕ ਹੋਰ ਇਹਦੇ ਨਾਲ ਰਿਲੇਟਡ ਸਵਾਲ ਆ ਕਿ ਬਾਈ ਚਾਂਸ, ਕਿਉਂਕਿ ਪੇਰੈਂਟਸ ਕਈ ਵਾਰ ਹੁੰਦਾ ਵੀ ਅਲੱਗ ਰਹਿੰਦੇ ਨੇ, ਹਾਂਜੀ, ਸੈਪਰੇਸ਼ਨ ਹੁੰਦਾ ਵਾ, ਡਿਵੋਰਸ ਹੋਇਆ ਹੁੰਦਾ, ਹਾਂਜੀ, ਇਨ ਕੇਸ ਦੋਨੋਂ ਪੇਰੈਂਟਸ ਅਪਲਾਈ ਕਰ ਦਿੰਦੇ ਨੇ, ਹੂ ਇਜ਼ ਐਲੀਜੀਬਲ? ਇਟਸ ਅ ਗੁੱਡ ਕੁਐਸਚਨ ਐਜ਼ ਵੈਲ ਜੀ। ਸੋ ਇਹਦਾ ਆਨਸਰ ਇਹ ਹੋਏਗਾ ਕਿ ਜਿਹੜਾ ਵੀ ਪੇਰੈਂਟ ਪਹਿਲਾਂ ਅਪਲਾਈ ਕਰ ਦਿੰਦਾ ਹੈ ਉਹਨੂੰ ਹੀ ਇਹ ਬੈਨੀਫਿਟ ਮਿਲੇਗਾ। ਠੀਕ ਹੈ। ਗਵਰਨਮੈਂਟ ਕਹਿ ਰਹੀ ਹੈ ਕਿ ਉਹ ਕਿਸੇ ਡਿਸਪਿਊਟ 'ਚ ਇਨਵੋਲਵ ਨਹੀਂ ਹੋਣਾ ਚਾਹੁੰਦੇ। ਠੀਕ ਹੈ ਜੀ। ਇਸ ਕਰਕੇ ਜਿਹੜਾ ਪਹਿਲਾਂ ਅਪਲਾਈ ਕਰ ਦੇਗਾ ਉਹ ਇਹਨੂੰ ਬੈਨੀਫਿਟ ਲੈ ਲੇਗਾ। ਪਰ ਬੇਸਿਕਲੀ ਫਰਸਟ ਕੇਅਰ ਟੇਕਰ ਜਿਹੜਾ ਹੁੰਦਾ ਹੈ ਨਾਰਮਲੀ ਜੀ, mostly mothers ਹੁੰਦੀਆਂ ਨੇ, but if you have anybody, ਬਿਲਕੁਲ, it can be any parent, it can be any legal guardian, ਬਿਲਕੁਲ, ਉਹ ਕੋਈ ਵੀ ਹੋ ਸਕਦਾ। ਔਰ ਸਰਕਾਰ ਨੇ ਬੜਾ ਕਲੀਅਰ ਕਿਹਾ ਜੀ, ਅਗਰ ਤੁਹਾਡੀ ਕੋਈ ਆਪਸੀ ਰੰਜਿਸ਼ ਜਾਂ ਆਪਸ ਚ ਨਹੀਂ ਬਣਦੀ ਤਾਂ ਤੁਸੀਂ ਆਪਣੇ ਘਰੇ ਬੈਠ ਕੇ ਨਜਿੱਠਣਾ ਵਾ, ਸਰਕਾਰ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇ ਰਹੀ। ਬਿਲਕੁਲ ਠੀਕ ਹੈ। ਮੋਰ ਓਵਰ ਜਦੋਂ ਵੀ ਐਪਲੀਕੇਸ਼ਨ ਫਾਈਲ ਕਰਨੀ ਆ ਤਾਂ ਰਸੀਟਸ ਰਿਕੁਆਇਰਡ ਹੈਗੀਆਂ। ਅੱਛਾ ਜੀ। ਸੋ ਰਸੀਟਸ ਤੁਹਾਨੂੰ ਅਰੇਂਜ ਕਰ ਲੈਣੀਆਂ ਚਾਹੀਦੀਆਂ ਵਾ ਅਗਰ ਤੁਸੀਂ ਪੇਮੈਂਟ ਕੀਤੀ ਹੋਈ ਆ $561 ਤੱਕ। ਹਾਂਜੀ। ਤੇ ਨੈਕਸਟ ਇਜ਼ ਜ਼ਿਆਦਾ ਇਨਫੋਰਮੇਸ਼ਨ ਡਿਟੇਲ ਚ, ਵੈਸੇ ਤਾਂ ਬਹੁਤ ਡਿਟੇਲ ਨਹੀਂ ਹੈਗੀ, ਇਟਸ ਵੈਰੀ ਸਮਾਲ ਜੀ ਇਨਫੋਰਮੇਸ਼ਨ ਜੀ, ਤੇ ਬਹੁਤ ਪ੍ਰੈਕਟੀਕਲ ਹੈ। ਤਾਂ alberta.ca ਤੇ ਜਾ ਕੇ ਵਰਕਿੰਗ ਪੇਰੈਂਟ ਬੈਨੀਫਿਟ ਤੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਪੇਰੈਂਟਸ। ਤੁਸੀਂ ਜਿਹੜੇ ਸਾਡੇ ਦਰਸ਼ਕ ਨੇ ਖਾਸ ਕਰਕੇ ਅਲਬਰਟਨਸ ਜਾਂ ਐਡਮਿੰਟੋਨੀਅਨਸ, ਉਹ ਤੁਹਾਨੂੰ ਵੀ ਸੰਪਰਕ ਕਰ ਸਕਦੇ ਨੇ ਅਗਰ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਹੈਗਾ ਜਾਂ ਮੈਨੂੰ ਈਮੇਲ ਕਰ ਸਕਦੇ mamta@ekatrehan.com ਤੇ, ਜਾਂ ਆਫਿਸ ਦਾ ਫੋਨ ਨੰਬਰ ਹੈ 7804620919। ਮੈਨੂੰ ਕਦੀ ਵੀ ਕਾਲ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਆਪਾਂ ਅਗਲੇ ਸਵਾਲ ਵੱਲ ਨੂੰ ਚੱਲਦੇ ਹਾਂ ਜੀ। ਹਾਂਜੀ ਮਨਜੀਤ ਜੀ, ਤੁਸੀਂ ਨੋਟ ਕੀਤਾ ਹੋਵੇਗਾ ਖਾਸ ਕਰਕੇ ਇਹ ਜਿਹੜਾ ਪੈਂਡੈਮਿਕ ਦਾ ਸਮਾਂ ਚੱਲ ਰਿਹਾ, ਇਹਦੇ ਵਿੱਚ ਇੱਕ ਨਵਾਂ ਵਰਕ ਕਲਚਰ ਇਜਾਦ ਹੋਇਆ। ਹਾਂਜੀ, ਵਰਕ ਫਰੋਮ ਹੋਮ। ਯੈਸ, ਬਹੁਤੇ ਲੋਕ ਨੇ ਖਾਸ ਕਰਕੇ ਗਵਰਨਮੈਂਟ ਸੈਕਟਰ ਦੇ, ਈਵਨ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਬਹੁਤ ਲੋਕ ਜਿਹੜੇ ਨੇ ਘਰੋਂ ਕੰਮ ਕਰ ਰਹੇ ਨੇ। ਮੈਜੋਰਟੀ। ਸੋ ਇਹ ਇੱਕ ਨਵੇਂ ਤਰੀਕੇ ਦਾ ਵਰਕ ਕਲਚਰ ਹੈ ਔਰ ਇਸ ਨੂੰ ਕਹਿ ਲਓ ਵੀ ਪ੍ਰਮੋਟ ਕਰਨ ਦੇ ਲਈ ਜਾਂ ਕਿਸੇ ਤਰੀਕੇ ਨਾਲ ਹੈਲਪ ਕਰਨ ਦੇ ਲਈ ਗਵਰਨਮੈਂਟ ਆਫ ਕੈਨੇਡਾ ਵੱਲੋਂ ਕੀ ਨਵੀਆਂ ਅਨਾਉਂਸਮੈਂਟਸ ਨੇ ਔਰ ਕੀ ਰਾਹਤ ਹੈ? ਹਾਂਜੀ ਮਨਜੀਤ ਜੀ, ਵਰਕ ਫਰੋਮ ਹੋਮ ਇਟਸ ਏ ਕਰੰਟ ਟੌਪਿਕ। ਇਸ ਸਾਲ ਤਾਂ ਮਾਹੌਲ ਹੀ ਚੇਂਜ ਹੋ ਗਿਆ ਬਿਲਕੁਲ। ਮੋਸਟਲੀ ਸਾਰੇ ਹੀ ਲੋਕ ਘਰ ਤੋਂ ਕੰਮ ਕਰ ਰਹੇ ਜੀ। ਇਸ ਕਰਕੇ ਗਵਰਨਮੈਂਟ, ਕਿਉਂਕਿ ਇੰਪਲੋਇਰਸ ਲਈ ਵੀ ਬਹੁਤ ਡਿਫਿਕਲਟ ਆ ਕਿ ਹਰ ਇੰਪਲੋਈ ਨੂੰ ਫਾਰਮ ਦੇਣਾ, ਸਲੋਟਸ ਆਫ ਪੇਪਰ ਵਰਕ ਫਾਰਮੈਲਿਟੀ। ਸੋ ਇਸ ਕਰਕੇ ਗਵਰਨਮੈਂਟ ਨੇ ਇੱਕ ਫਲੈਟ ਰੇਟ ਰੱਖ ਦਿੱਤਾ ਕਿ ਤੁਸੀਂ ਜੇ ਘਰ ਤੋਂ ਕੰਮ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਰਸੀਟਸ ਦੇਣ ਦੀ ਜ਼ਰੂਰਤ ਨਹੀਂ ਹੈਗੀ ਜੀ। ਤਾਂ $2 ਪਰ ਡੇ ਅਪ ਟੂ ਮੈਕਸਿਮਮ ਵਰਕਿੰਗ ਡੇਜ਼। ਯੈਸ, ਸੋ $2 ਪਰ ਵਰਕਿੰਗ ਡੇ, ਮੈਕਸ ਅਪ ਟੂ 400 ਉਹ ਕਲੇਮ ਕਰ ਸਕਦੇ ਆ। 400 ਐਨੂਅਲੀ ਜੀ। ਹਾਂਜੀ, 400 ਜਿਹੜਾ ਹੈ ਉਹ ਫਲੈਟ ਰੇਟ ਹੈਗਾ ਜੀ। ਇਹਦੇ ਲਈ ਰਸੀਟਸ ਜਾਂ ਕੁਝ ਵੀ ਮੇਨਟੇਨ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ। ਸੈਕੰਡ ਮੈਥਡ ਹੈ ਟ੍ਰੈਡੀਸ਼ਨਲ, ਜਿਹੜਾ ਸ਼ੁਰੂ ਤੋਂ ਹੀ ਚੱਲ ਰਿਹਾ ਹੈ।
ਉਹ ਕਲੇਮ ਕਰਨ ਲਈ ਤੁਹਾਨੂੰ ਡਿਟੇਲਡ ਇਨਫੋਰਮੇਸ਼ਨ ਚਾਹੀਦੀ ਹੈ ਜੀ। ਇੰਪਲੋਇਰ ਕੋਲੋਂ T2200 ਸਾਈਨਡ ਚਾਹੀਦਾ ਹੈ ਜੀ। ਦੈਨ ਇੰਪਲੋਇਰ ਤੁਹਾਨੂੰ ਮੈਂਸ਼ਨ ਕਰ ਦਿੰਦਾ ਹੈ ਕਿ ਤੁਸੀਂ ਆਹ ਖਰਚੇ ਕਲੇਮ ਕਰ ਸਕਦੇ ਆ। ਸਪੋਜ਼ ਵਹੀਕਲ ਦਾ ਹੋ ਗਿਆ, ਇੰਟਰਨੈਟ ਹੈ ਜੀ, ਜਾਂ ਐਨੀ ਅਦਰ ਐਕਸਪੈਂਸ ਬਿਲੋਂਗਸ ਟੂ ਇੰਪਲੋਇਮੈਂਟ ਜੀ। ਸੋ ਉਸ ਖਰਚੇ ਨੂੰ ਕਲੇਮ ਕਰਨ ਲਈ ਦੈਟ ਕੈਨ ਬੀ ਲਿਮਿਟਡ ਟੂ ਯੋਰ ਇੰਪਲੋਇਮੈਂਟ ਇਨਕਮ। ਠੀਕ ਹੈ ਜੀ। ਪਰ ਲੋਸ ਨਹੀਂ ਕਲੇਮ ਕਰ ਸਕਦੇ। ਸਪੋਜ਼ ਕਿ ਅਰਨ ਕੀਤਾ ਤੁਸੀਂ ਉਸ ਕੰਮ ਤੋਂ ਅਰਾਊਂਡ 5 ਜਾਂ 10,000 ਤੇ ਖਰਚੇ ਬਣ ਗਏ ਤੁਹਾਡੇ 15,000, ਦੈਟ ਇਜ਼ ਨਾਟ ਐਲੀਜੀਬਲ। ਠੀਕ ਹੈ, ਠੀਕ ਹੈ। ਤੁਸੀਂ ਖਰਚਾ ਵੀ ਉਨਾ ਹੀ ਕਲੇਮ ਕਰ ਸਕਦੇ ਜਿੰਨੀ ਤੁਹਾਡੀ ਇਨਕਮ ਹੈਗੀ ਆ। ਸੋ ਜੇ 4,000 5,000 ਜਾਂ 10,000 ਤੱਕ ਤੁਸੀਂ ਅਰਨ ਕੀਤਾ ਤਾਂ ਉਹ ਇੰਪਲੋਇਮੈਂਟ ਐਕਸਪੈਂਸਿਸ ਤੁਸੀਂ 5,000 ਜਾਂ 10,000 ਤੱਕ ਲੈ ਕੇ ਜਾ ਸਕਦੇ ਆ ਜੀ। ਮਤਲਬ ਆਫ ਕੋਰਸ ਘੱਟ ਤਾਂ ਹੋਣਗੇ ਪਰ ਜ਼ਿਆਦਾ ਨਹੀਂ ਕਰ ਸਕਦੇ ਜੀ। ਉਸ ਕੇਸ 'ਚ ਪਰ ਫਾਰਮ ਚਾਹੀਦਾ ਹੋਏਗਾ T2200 ਸਾਈਨਡ ਬਾਈ ਇੰਪਲੋਇਰ। ਜੀ। ਮਮਤਾ ਜੀ, ਅਗਲਾ ਸਵਾਲ ਹੈ ਕਿ ਜਿਹੜਾ ਪੈਂਡੈਮਿਕ ਦਾ ਸਮਾਂ ਸੀ 2020 ਦੇ ਵਿੱਚ ਕਈ ਇੰਟਰਨੈਸ਼ਨਲ ਸਟੂਡੈਂਟਸ ਆਏ ਹੋਣਗੇ, ਹਾਂਜੀ, ਕਈ ਨਿਊ ਕਾਮਰਸ ਆਏ ਹੋਣਗੇ, ਕੁਝ ਉਹਨਾਂ ਵਿੱਚੋਂ PR ਆਏ ਹੋ ਸਕਦੇ ਨੇ, ਕੁਝ ਉਹਨਾਂ ਦੇ ਵਿੱਚੋਂ ਵਰਕ ਪਰਮਿਟ ਤੇ ਆਏ ਹੋ ਸਕਦੇ ਨੇ, ਸਪਾਊਸਲ ਕੈਟਾਗਰੀ 'ਚ ਆਏ ਹੋ ਸਕਦੇ ਨੇ। ਪਰ ਕਿਉਂਕਿ ਪੈਂਡੈਮਿਕ ਦੇ ਕਰਕੇ ਕੰਮਕਾਰ ਘੱਟ ਸਨ, ਹੋ ਸਕਦਾ ਉਹਨਾਂ ਨੇ ਕੰਮ ਨਾ ਕੀਤਾ ਹੋਵੇ, ਇਨਕਮ ਨਾ ਹੋਵੇ, ਪਰ ਕੀ ਉਹ ਟੈਕਸ ਫਾਈਲ ਕਰਨ? ਜੇ ਕਰਨ ਤੇ ਕੀ ਉਹਨਾਂ ਨੂੰ ਬੈਨੀਫਿਟ ਹੋ ਸਕਦੇ ਨੇ? ਹਾਂਜੀ ਮਨਜੀਤ ਜੀ, ਐਂਡ ਦਿਸ ਇਜ਼ ਵੈਰੀ ਗੁੱਡ ਕੁਐਸਚਨ ਫॉर ਸਪੈਸ਼ਲੀ ਫॉर द ਨਿਊ ਕਮਰਸ ਜੀ। ਕਿਉਂਕਿ ਉਹਨਾਂ ਨੂੰ ਬੇਸਿਕਲੀ ਟੈਕਸੇਸ਼ਨ ਸਿਸਟਮ ਦੀ ਨੌਲੇਜ ਨਹੀਂ ਹੁੰਦੀ ਜੀ। ਕਈ ਵਾਰੀ ਲੈਕ ਆਫ ਅਵੇਅਰਨੈਸ ਕਰਕੇ ਬਹੁਤ ਸਾਰੇ ਬੈਨੀਫਿਟਸ ਮਿਸ ਕਰ ਜਾਂਦੇ ਆ। ਬਿਲਕੁਲ। ਸੋ ਮੇਰਾ ਆਨਸਰ ਹੈ ਯੈਸ ਕਿ ਉਹਨਾਂ ਨੂੰ 100% ਟੈਕਸ ਰਿਟਰਨ ਫਾਈਲ ਕਰਨੀ ਚਾਹੀਦੀ ਹੈ ਜੀ। ਕਿਉਂਕਿ ਬਹੁਤ ਸਾਰੇ ਬੈਨੀਫਿਟਸ ਬੇਸਡ ਔਨ ਇਨਕਮ, GST ਕ੍ਰੈਡਿਟ ਹੈ ਜੀ, ਚਾਈਲਡ ਬੈਨੀਫਿਟ ਹੈ, ਸਾਰੇ ਉਹ ਇਨਕਮ ਦੇ ਬੇਸ ਹੁੰਦੇ ਆ। ਬਿਲਕੁਲ। ਇਹ ਬੈਨੀਫਿਟ ਡੇ 1 ਤੋਂ ਸਟਾਰਟ ਹੋ ਜਾਂਦੇ ਆ। ਬਿਲਕੁਲ। ਇਸ ਕਰਕੇ ਰਿਟਰਨ ਫਾਈਲ ਕਰਨੀ ਬਹੁਤ ਜ਼ਰੂਰੀ ਹੈਗੀ ਆ। ਸੋ ਕਹਿੰਦਾ ਮਤਲਬ ਵੀ ਰਿਟਰਨ ਫਾਈਲ ਕਰੋ ਤੇ ਫਾਇਦਾ ਹੀ ਆ ਕੋਈ। ਚਾਹੇ ਜ਼ੀਰੋ ਇਨਕਮ ਹੈ, ਚਾਹੇ ਸਟੂਡੈਂਟ ਦੇ ਕੋਲ ਸਿਰਫ ਟਿਊਸ਼ਨ ਦੇ ਕ੍ਰੈਡਿਟਸ ਹੀ ਹੈਗੇ ਆ, ਦੇ ਸ਼ੁੱਡ ਫਾਈਲ। ਠੀਕ ਹੈ, ਫਾਈਲ ਕਰਨੀ ਚਾਹੀਦੀ ਉਹਨਾਂ ਨੂੰ। ਤੇ ਇੱਕ ਨਵੀਆਂ ਤਰ੍ਹਾਂ ਦੀਆਂ T4 ਜਨਰੇਟ ਹੋਈਆਂ ਨੇ ਇਸ ਵਾਰ। ਹਾਂਜੀ। T4 ਤੇ ਨਾਰਮਲੀ ਹਰ ਸਾਲ ਹੀ ਜਿਹੜੇ EMPLOYEES ਨੇ ਉਹਨਾਂ ਨੂੰ ਟੈਕਸ ਭਰਨਾ ਪੈਂਦਾ ਸੀ ਉਹਦੇ ਬੇਸ ਤੇ। ਇਸ ਵਾਰੀ T4A ਤੇ T4E ਇਹ ਨਵੀਆਂ ਗਵਰਨਮੈਂਟ ਵੱਲੋਂ ਆ ਰਹੀਆਂ ਨੇ, ਇਹ ਕੀ ਨੇ? ਸਾਡੇ ਦਰਸ਼ਕਾਂ ਨਾਲ ਸਾਂਝ ਪਾਇਓਗੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ T4E ਜਿਹੜੀ ਹੈ ਮੋਸਟਲੀ ਸਰਵਿਸ ਕੈਨੇਡਾ ਤੋਂ ਇਸ਼ੂ ਹੁੰਦੀ ਸੀ ਜੀ, EI ਬੈਨੀਫਿਟਸ ਲਈ। ਤਾਂ ਇਸ ਸਾਲ ਵੀ ਸੇਮ ਹੀ ਹੈ। EI ਜਿਹੜੀ ਹੈ ਉਹ ਸਰਵਿਸ ਕੈਨੇਡਾ ਤੋਂ ਹੈ, ਤਾਂ T4E ਜਿਹੜੀ ਸਲਿੱਪ ਆਏਗੀ ਉਹ ਸਰਵਿਸ ਕੈਨੇਡਾ ਵੱਲੋਂ ਆਏਗੀ ਜੀ। ਬਾਕੀ ਦੇ ਜਿੰਨੇ ਬੈਨੀਫਿਟਸ ਮਿਲੇ ਹੈਗੇ ਆਪਣੇ ਕੋਵਿਡ ਕਰਕੇ, COVID-19 ਦੇ ਬੈਨੀਫਿਟਸ ਜਿਹੜੇ ਮਿਲੇ ਹੈਗੇ, CERB ਹੈ ਜਾਂ CESB ਹੈ, CRB, CRCB, CRSB, ਕੋਈ ਵੀ ਬੈਨੀਫਿਟ ਆ ਉਹ ਉਹਨਾਂ ਵਾਸਤੇ ਤੁਹਾਨੂੰ T4A ਜ਼ਰੂਰ ਆਏਗੀ। ਠੀਕ ਹੈ। ਮੈਨੂੰ ਲੱਗਦਾ ਕਾਫੀ ਦਰਸ਼ਕਾਂ ਨੂੰ ਇਹ ਆ ਚੁੱਕੀਆਂ ਨੇ। ਔਰ ਹਾਂਜੀ, ਮੋਸਟਲੀ ਲੋਕਾਂ ਨੂੰ ਆ ਗਈਆਂ ਹੈ, ਪਰ ਬਾਈ ਚਾਂਸ ਤੁਹਾਨੂੰ ਜੇ ਪਤਾ ਹੈਗਾ ਆ, ਤੁਸੀਂ ਪੈਸੇ ਲਏ ਹੋਏ ਆ ਤੇ ਮਿਸ ਨਹੀਂ ਕਰਨਾ, ਉਹਨੂੰ ਕਲੇਮ ਕਰਨਾ, ਬਿਕੋਜ਼ ਇਟ ਇਜ਼ ਆਲ ਟੈਕਸੇਬਲ ਇਨਕਮ। ਬਿਲਕੁਲ, ਫੁੱਲ ਫਲੈਜ। ਤੇ ਅਗਲਾ ਸਵਾਲ ਬੜਾ ਅਹਿਮ ਆ, ਪਿਛਲੀ ਵਾਰੀ ਵੀ ਅਸੀਂ ਡਿਸਕਸ ਕੀਤਾ ਸੀਗਾ। ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨਾਲ ਫਿਰ ਤੋਂ ਸਾਂਝ ਪਾ ਲਈਏ ਕਿ CRA ਦਾ ਜਿਹੜਾ ਅਕਾਊਂਟ ਖੋਲ੍ਹਣਾ ਕਿੰਨਾ ਕੁ ਜ਼ਰੂਰੀ ਆ, ਕੀ ਬੈਨੀਫਿਟਸ ਹੋ ਸਕਦੇ ਨੇ ਔਰ ਕੀ ਪ੍ਰੋਸੈਸ ਆ? CRA ਦਾ ਅਕਾਊਂਟ ਖੋਲ੍ਹਣਾ ਹੁਣ ਤਾਂ ਵੈਸੇ ਵੀ ਜ਼ਰੂਰੀ ਹੋ ਗਿਆ, ਕਿਉਂਕਿ ਜਿੰਨੇ ਵੀ ਪਰਸਨਸ ਨੇ ਕੋਈ ਬੈਨੀਫਿਟ ਅਪਲਾਈ ਕੀਤਾ ਆਨਲਾਈਨ ਹੀ ਹੋ ਰਿਹਾ। ਬਿਲਕੁਲ ਠੀਕ ਹੈ। ਮੋਰ ਓਵਰ ਹੁਣ ਅਸੀਂ ਵੀ ਆਰ ਔਨ IT ਇਹਦਾ ਬਿਲਕੁਲ ਬਿਲਕੁਲ ਰਾਈਟ। ਸੋ ਇਸ ਕਰਕੇ ਆਨਲਾਈਨ ਦੇ ਨਾਲ ਨਾ ਅਸੀਂ ਕੋਈ ਨੋਟਿਸ ਆਫ ਅਸੈਸਮੈਂਟ, ਕੋਈ T4 ਹੈ, ਕੁਝ ਵੀ ਹੈ, ਕੋਈ ਪੁਰਾਣੀ ਇਨਫੋਰਮੇਸ਼ਨ ਹੈ, ਕੋਈ RSP ਦੀ ਇਨਫੋਰਮੇਸ਼ਨ ਹੈ, ਉਹ ਸਾਰੀ ਆਨਲਾਈਨ ਤੁਸੀਂ ਆਪਣੇ ਆਪ ਪੁੱਲ ਕਰ ਸਕਦੇ ਆ। ਈਵਨ ਮੈਨੂੰ ਲੱਗਦਾ ਅਗਰ ਤੁਸੀਂ ਟੈਕਸ ਭਰਨਾ ਵਾ ਜਾਂ ਭਰ ਦਿੱਤਾ ਵਾ, ਉਹਦੀ ਰਸੀਦ, ਈਚ ਐਂਡ ਐਵਰੀਥਿੰਗ ਇਜ਼ ਆਨਲਾਈਨ। ਇਟਸ ਆਨਲਾਈਨ ਅਕਾਊਂਟ ਮੀਨਸ ਤੁਹਾਡਾ ਫੁੱਲ ਐਕਸੈਸ ਹੈਗਾ। ਸੋ ਤੁਸੀਂ ਕੋਈ ਵੀ ਐਕਟੀਵਿਟੀ ਕਰਨੀ ਆ ਤੁਸੀਂ ਆਨਲਾਈਨ ਅਕਾਊਂਟ ਤੇ ਜਾ ਕੇ ਤੁਹਾਨੂੰ ਇਹ ਵੀ ਸਮੇਂ-ਸਮੇਂ ਤੇ ਪਤਾ ਲੱਗਦਾ ਰਹਿੰਦਾ ਵੀ ਤੁਹਾਡਾ ਚਾਈਲਡ ਬੈਨੀਫਿਟ ਕਦੋਂ ਆਉਣਾ ਵਾ, ਕਿੰਨਾ ਆਉਣਾ, ਜਾਂ GST ਕਦੋਂ ਤੁਹਾਡੀ ਡਿਊ ਆ। ਹਾਂਜੀ, ਸਾਰੀਆਂ ਇਨਫੋਰਮੇਸ਼ਨਸ ਤੁਹਾਨੂੰ ਈਚ ਐਂਡ ਐਵਰੀ A to Z ਇਨਫੋਰਮੇਸ਼ਨ CRA ਦੇ ਅਕਾਊਂਟ ਤੇ ਮਿਲ ਜਾਂਦੀ ਆ। ਤੇ ਇਹਨੂੰ ਕ੍ਰੀਏਟ ਕਰਨ ਦਾ ਕੀ ਜ਼ਰੀਆ ਵਾ? ਤੁਸੀਂ CRA ਦੀ ਵੈਬਸਾਈਟ ਤੇ ਜਾ ਕੇ ਰਜਿਸਟਰ ਮਾਈ ਅਕਾਊਂਟ ਤੇ ਜਾ ਕੇ ਕਰ ਸਕਦੇ ਆ। ਇਟਸ ਨੋਟ ਹਾਰਡ, ਠੀਕ ਹੈ, ਵੈਰੀ ਸਿੰਪਲ। ਫਿਰ ਉਹ ਇੱਕ ਕੋਡ ਭੇਜਦੇ ਹੈਗੇ ਲਾਈਕ CRA ਫਰਮ CRA ਜੀ। ਉਹ ਕੋਡ ਤੋਂ ਫਿਰ ਤੁਸੀਂ ਉਸ ਤੋਂ ਬਾਅਦ ਉਹਨੂੰ ਐਕਸੈਸ ਕਰ ਸਕਦੇ ਆ। ਠੀਕ ਹੈ। ਸੋ ਕੋਡ ਨੂੰ 5-7 ਦਿਨ ਲੱਗ ਜਾਂਦੇ ਆ, ਬਟ ਇਟਸ ਵੈਰੀ ਸਿੰਪਲ। ਮਮਤਾ ਜੀ, ਟੈਕਸੇਸ਼ਨ ਦੇ ਨਾਲ ਰਿਲੇਟਡ ਕਾਫੀ ਹੋਰ ਵੀ ਅਹਿਮ ਜਾਣਕਾਰੀਆਂ ਨੇ ਜਿਹੜੀਆਂ ਬ੍ਰੇਕ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਾਂਗੇ। ਹਾਂਜੀ, ਤੁਸੀਂ ਇਸ ਤੋਂ ਪਹਿਲਾਂ ਕੁਝ ਕਹਿਣਾ ਚਾਹੋਗੇ ਜੀ? ਹਾਂਜੀ, ਇੱਕ ਮੈਂ ਇਨਫੋਰਮੇਸ਼ਨ ਜ਼ਰੂਰੀ ਦੇਣੀ ਆ ਜੀ। RSP ਦੀ ਡੈਡਲਾਈਨ ਨਜ਼ਦੀਕ ਆ ਰਹੀ ਹੈਗੀ ਆ।
ਸੋ 1 ਮਾਰਚ ਡੈਡਲਾਈਨ ਹੁੰਦੀ ਆ RSP ਕੰਟਰੀਬਿਊਸ਼ਨ ਦੀ, ਪਰ ਮੈਂ ਇੱਕ ਸਲਾਹ ਜ਼ਰੂਰ ਦਊਂ ਵੀ ਜਦੋਂ ਵੀ ਤੁਸੀਂ RSP ਕੰਟਰੀਬਿਊਟ ਕਰਨੀ ਹੈਗੀ ਆ ਤਾਂ ਆਪਣੇ ਅਕਾਊਂਟੈਂਟ ਨਾਲ ਸਲਾਹ ਜ਼ਰੂਰ ਕਰੋ। ਠੀਕ ਹੈ ਜੀ। ਕਿਉਂਕਿ ਕਈ ਵਾਰ ਸਾਨੂੰ ਬੇਸਿਕ ਕਨਸੈਪਟ ਨਹੀਂ ਕਲੀਅਰ ਹੁੰਦਾ। ਮੈਂ ਲਾਸਟ ਇੰਟਰਵਿਊ 'ਚ ਥੋੜਾ ਡੀਟੇਲਡ ਦੱਸਿਆ ਸੀਗਾ ਜੀ। ਸਮਟਾਈਮਸ ਅਸੀਂ ਓਵਰ ਕੰਟਰੀਬਿਊਟ ਕਰ ਦਿੰਨੇ ਆ। ਬਿਲਕੁਲ। ਸੋ ਇਸ ਚੀਜ਼ ਨੂੰ ਕੰਸੀਡਰ ਕਰਦੇ ਹੋਏ ਤੁਸੀਂ ਆਪਣਾ ਅਮਾਉਂਟ ਜ਼ਰੂਰ ਡਿਸਕਸ ਕਰੋ ਵੀ ਜਿੰਨੀ ਤੁਹਾਡੀ ਇਨਕਮ ਆ ਓਵਰ ਕੰਟਰੀਬਿਊਟ ਨਾ ਹੋਵੇ ਤੇ ਅਸੀਂ ਮਨੀ ਆਪਣੀ ਵੇਸਟ ਨਾ ਕਰੀਏ। ਬਿਲਕੁਲ। ਸੋ 1 ਮਾਰਚ ਇਜ਼ ਅ ਡੈਡਲਾਈਨ ਫॉर RSP, ਜਸਟ ਕੀਪ ਇਨ ਮਾਈਂਡ। ਸੋ ਜੀ ਬਿਲਕੁਲ ਜੀ, ਡੈਡਲਾਈਨ ਆਉਣ ਵਾਲੀ ਆ, 2-4 ਦਿਨ ਹੀ ਰਹਿ ਗਏ ਨੇ ਤੇ ਇੱਥੇ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰੀ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਆ ਐਡਮਿੰਟਨ ਦੀ ਟੈਕਸੇਸ਼ਨ ਕੰਪਨੀ EK ਤ੍ਰਿਹਨ ਦੇ CEO ਮਮਤਾ ਤ੍ਰਿਹਨ ਜੀ ਦੇ ਨਾਲ। ਇੱਕ ਵਾਰ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਥੈਂਕ ਯੂ ਮਨਜੀਤ ਜੀ। ਅਸੀਂ ਕਾਫੀ ਜਿਹੜੀਆਂ ਪਰਸਨਲ ਇਨਕਮ ਟੈਕਸ ਨਾਲ ਰਿਲੇਟਡ ਜਿਹੜੀਆਂ ਜਾਣਕਾਰੀਆਂ ਨੇ ਸਾਂਝੀਆਂ ਕਰ ਚੁੱਕੇ ਹਾਂ। ਹਾਂਜੀ। ਹੋਰ ਕੀ ਨਵੀਆਂ ਅਪਡੇਟਸ ਜਾਂ ਜਾਣਕਾਰੀਆਂ ਨੇ ਜਿਹੜੀਆਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੋਗੇ? ਹਾਂਜੀ ਮਨਜੀਤ ਜੀ, ਅੱਜ ਮੇਰੇ ਕੋਲ ਇੱਕ ਹੋਰ ਅਪਡੇਟ ਹੈ ਬਿਜ਼ਨਸ ਲਈ, ਪਰ ਉਹ ਤੋਂ ਪਹਿਲਾਂ ਮੈਂ ਇੱਕ ਇਨਫੋਰਮੇਸ਼ਨ ਇਹ ਦੇਣੀ ਹੈ ਕਿ ਡੈਡਲਾਈਨ ਆ ਰਹੀ ਹੈਗੀ ਆ ਕ੍ਰਿਟੀਕਲ ਵਰਕਰਸ ਦੀ। ਠੀਕ ਹੈ ਜੀ। ਸੋ EMPLOYERS ਦੀ ਡੈਡਲਾਈਨ ਹੈ 19th ਮਾਰਚ 2021 ਜੀ। ਸੋ ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਹੀ $1200 ਅਨਾਉਂਸ ਹੋਏ ਸੀ। ਮੈਨੂੰ ਲੱਗਦਾ ਸੋ $1200 ਤੋਂ ਸ਼ਾਇਦ ਜਲਦੀ ਸਮਝ ਜਾਣਗੇ ਸਾਰੇ। ਬਿਲਕੁਲ ਬਿਲਕੁਲ। ਸੋ ਕ੍ਰਿਟੀਕਲ ਵਰਕਰ ਔਰ ਫਰੰਟ ਲਾਈਨ ਵਰਕਰਸ ਲਈ ਅਲਬਰਟਾ ਗਵਰਨਮੈਂਟ ਨੇ ਇਹ ਜਿਹੜਾ ਬੈਨੀਫਿਟ ਕੱਢਿਆ ਸੀਗਾ। ਤੇ ਮਮਤਾ ਜੀ ਮੈਨੂੰ ਲੱਗਦਾ ਇਹ ਉਹ ਪ੍ਰੋਗਰਾਮ ਹੈ ਜੀ ਜਿਹੜਾ $1200 ਜਿਹੜਾ ਹੈ ਅਲਬਰਟਾ ਗਵਰਨਮੈਂਟ ਨੇ ਕ੍ਰਿਟੀਕਲ ਵਰਕਰਸ ਨੂੰ ਦੇਣਾ। ਹਾਂਜੀ ਮਨਜੀਤ ਜੀ। ਪਰ ਮੈਨੂੰ ਲੱਗਦਾ ਵੀ ਕੁਝ ਇੰਡਸਟਰੀਜ਼, ਕੁਝ ਇਹੋ ਜਿਹੀਆਂ ਕੈਟਾਗਰੀਜ਼ ਨੇ ਵਰਕਰਸ ਦੀਆਂ ਜਿਨ੍ਹਾਂ ਨੂੰ ਇਸ ਲਿਸਟ ਦੇ ਵਿੱਚ ਇਨਕਲੂਡ ਨਹੀਂ ਕੀਤਾ ਗਿਆ। ਦੈਟਸ ਅ ਵੈਰੀ ਬਿਗ ਕੁਐਸਚਨ। ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਸਰਕਾਰ ਵੱਲੋਂ ਕੋਈ ਨਵੀਂ ਸਟੇਟਮੈਂਟ ਇਦਾਂ ਦੀ ਆਉਂਦੀ ਹੈ, ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਹੈ। ਦੇਖੋ ਹੁਣ ਕਿਉਂਕਿ ਜਦੋਂ ਵੀ ਕੋਈ ਪ੍ਰੋਗਰਾਮ ਆਇਆ ਹੈ ਉਹਦੇ ਵਿੱਚ ਹਮੇਸ਼ਾ ਅਮੈਂਡਮੈਂਟਸ ਤਾਂ ਹੋਈਆਂ ਹੀ ਆ। ਬਿਲਕੁਲ। ਕੋਈ ਵੀ ਆਏ ਹੈ ਲਾਈਕ ਕਿਉਂਕਿ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਬੈਨੀਫਿਟ ਨਹੀਂ ਮਿਲੇ ਜਦ ਕਿ ਉਹ ਡਿਜ਼ਰਵ ਕਰਦੇ ਸੀ। ਬਿਲਕੁਲ। ਤੇ ਪਰ ਇਹਦੀ ਡੈਡਲਾਈਨ ਆ ਰਹੀ ਹੈ ਹੁਣ ਨਜ਼ਦੀਕ। ਸੋ EMPLOYERS ਲਈ ਇਹਦੀ ਡੈਡਲਾਈਨ 19 ਮਾਰਚ 2021 ਹੈਗੀ ਆ। ਪਰ ਕਈ ਲੋਕਾਂ ਨੂੰ ਕਨਫਿਊਜ਼ਨ ਹੈ ਕਿ ਅਸੀਂ ਕਲੇਮ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਤੇ ਡਿਪਾਰਟਮੈਂਟ ਦਾ ਜਿਹੜਾ ਫੋਨ ਨੰਬਰ ਹੈ 31044555 ਹੈ, ਉਹ ਡਾਇਰੈਕਟ ਕਾਲ ਕਰਕੇ ਵੀ ਪੁੱਛ ਸਕਦੇ ਹੈਗੇ ਆ ਕਿ ਉਹ ਐਲੀਜੀਬਲ ਹੈ ਜਾਂ ਨਹੀਂ ਹੈ। ਹਾਂਜੀ। ਉੱਥੇ ਸੇਬਾ ਦੇ ਨਾਲ ਰਿਲੇਟਡ ਕੋਈ ਨਵੀਂ ਅਪਡੇਟ? ਵੈਰੀ ਗੁੱਡ ਕੁਐਸਚਨ। ਸੋ ਸੇਬਾ ਦੀ ਵੀ ਹੀ ਡੈਡਲਾਈਨ ਨਜ਼ਦੀਕ ਆ ਰਹੀ ਹੈ ਜੀ। 31 ਮਾਰਚ 2021 ਇਜ਼ ਡੈਡਲਾਈਨ ਫॉर ਸੇਬਾ ਐਪਲੀਕੇਸ਼ਨ। ਰੀਜ਼ਨ ਇਹ ਹੈ ਕਿ ਹੁਣ ਆਈ ਗੈਸ 3 ਜਾਂ 4 ਵਾਰੀ ਉਹਨਾਂ ਨੇ ਡੇਟ ਐਕਸਟੈਂਡ ਕਰ ਦਿੱਤੀ ਆ। ਡੇਟ ਵੀ ਐਕਸਟੈਂਡ ਕੀਤੀ ਹੈ, ਬੈਨੀਫਿਟਸ ਵੀ ਵਧਾਏ ਨੇ। ਹਾਂਜੀ ਬਿਲਕੁਲ। ਸੋ 20,000 ਬੈਨੀਫਿਟ ਐਕਸਟੈਂਡ ਕਰ ਦਿੱਤਾ, ਪਰ ਹੁਣ ਚਾਂਸ ਘੱਟ ਹੈਗੇ ਆ ਕਿ 31 ਮਾਰਚ ਤੋਂ ਬਾਅਦ ਵੀ ਉਹ ਐਪਲੀਕੇਸ਼ਨਸ ਲੈਣਗੇ। ਇਸ ਕਰਕੇ ਜਿਨ੍ਹਾਂ ਨੇ ਹਲੇ ਨਹੀਂ ਅਪਲਾਈ ਕੀਤਾ ਤਾਂ 31 ਮਾਰਚ ਤੋਂ ਪਹਿਲਾਂ ਅਪਲਾਈ ਕਰ ਸਕਦੇ। ਸੋ ਕਹਿਣ ਦਾ ਮਤਲਬ ਕਿ ਲਗਭਗ 1 ਮਹੀਨੇ ਦਾ ਸਮਾਂ ਜੇ ਪਿਆ ਵਾ। ਹਾਂਜੀ। ਅਗਰ ਤੁਸੀਂ ਇਹ ਜਿਹੜਾ ਬੈਨੀਫਿਟ ਹੈ $60,000 ਦਾ ਬਿਜ਼ਨਸ ਨੂੰ ਆਪਰੇਟ ਕਰਨ ਦੇ ਲਈ ਜਾਂ ਬੂਸਟ ਕਰਨ ਦੇ ਲਈ, ਤੇ ਤੁਸੀਂ ਇਸ ਨੂੰ ਅਜੇ ਵੀ ਅਵੇਲ ਕਰ ਸਕਦੇ ਜੇ। ਬਿਲਕੁਲ। ਮਮਤਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ। ਹਾਂਜੀ। ਮਮਤਾ ਜੀ, ਇੱਕ ਹੋਰ ਨਵੀਂ ਅਪਡੇਟ ਆਈ ਹੈ ਟੈਕਸੇਸ਼ਨ ਨੂੰ ਲੈ ਕੇ ਜਾਂ CRA ਦੇ ਵੱਲੋਂ। ਇੱਕ ਹੋਰ ਬੈਨੀਫਿਟ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ, ਉਸ ਨੂੰ ਸ਼ਾਰਟ ਫਾਰਮ 'ਚ ਕਹਿੰਦੇ ਹੈਸਕੈਪ। ਸੋ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਕਿ ਇਹ ਨਵਾਂ ਜਿਹੜਾ ਇੱਕ ਪ੍ਰੋਡਕਟ ਹੈ ਕੀ ਹੈ, ਇਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਆ, ਐਲੀਜੀਬਿਲਟੀ ਕੀ ਹੈਗੀ ਆ, ਔਰ ਕੀ ਇਹਦੀਆਂ ਡੈਡਲਾਈਨਸ ਵਗੈਰਾ ਨੇ। ਅੱਜ ਤੁਸੀਂ ਬੜਾ ਹੋਮਵਰਕ ਕਰਕੇ ਆਏ ਆ, ਲੇਟੈਸਟ ਇਨਫੋਰਮੇਸ਼ਨਸ ਇਕੱਠੀਆਂ ਕਰਕੇ ਆਏ ਆ। ਟੈਕਸ ਐਕਸਪਰਟਸ ਨਾਲ ਬੈਠਣਾ ਤੇ ਫਿਰ ਥੋੜੀ ਬਹੁਤੀ ਤੇ ਕਰਨੀ ਪੈਂਦੀ ਹੈ ਜੀ। ਬਿਲਕੁਲ ਕਰਨੀ। ਓਕੇ, ਸੋ ਇਹ ਜਿਹੜਾ ਲੋਨ ਹੈ ਹਾਈਲੀ ਅਫੈਕਟਡ ਬਿਜ਼ਨੈਸਿਸ ਦੇ ਲਈ। ਠੀਕ ਹੈ ਜੀ। ਸੋ ਇਹਦੀ ਫੁੱਲ ਫਾਰਮ ਹੈਗੀ ਆ ਹਾਈਲੀ ਅਫੈਕਟਡ ਸੈਕਟਰਸ ਕ੍ਰੈਡਿਟ ਅਵੇਲੇਬਿਲਿਟੀ ਪ੍ਰੋਗਰਾਮ ਜੀ। ਸੋ ਇਹ ਲੋਨ ਹੈਗਾ। ਠੀਕ ਹੈ। ਲੋਨ ਦੇਣਾ ਆ ਤੁਹਾਡੇ ਜਿੱਥੇ ਵੀ ਤੁਹਾਡੇ ਬਿਜ਼ਨਸ ਦਾ ਅਕਾਊਂਟ ਹੈ, ਮੇਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜੀ ਵੀ ਹੈਗੀ। ਠੀਕ ਹੈ। ਪਰ BDC ਇਜ਼ ਪਲੇਇੰਗ ਗੁੱਡ ਰੋਲ, ਉਹ ਤੁਹਾਡੀ 100% ਗਾਰੰਟੀ ਲੈ ਰਿਹਾ ਹੈ। ਗਾਰੰਟਰ ਨੇ। ਗਾਰੰਟਰ ਹੈਗੇ ਆ। ਠੀਕ ਹੈ। ਫਾਈਲ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਆ। ਉਸ ਤੋਂ ਬਾਅਦ BDC ਇੱਕ ਕੋਡ ਦਿੰਦਾ ਹੈਗਾ, ਉਹ ਕੋਡ ਤੁਸੀਂ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ 'ਚ ਲੈ ਕੇ ਜਾਣੀ ਆ। ਇਹਦੀ ਜਿਹੜੀ ਐਲੀਜੀਬਿਲਟੀ ਹੈ ਉਹ ਬਿਜ਼ਨਸ 50% ਉਹਦਾ ਬਿਜ਼ਨਸ ਦਾ ਰੈਵਨਿਊ ਡ੍ਰੌਪ ਡਾਊਨ ਹੋਇਆ ਹੋਣਾ ਚਾਹੀਦਾ, ਘਟਿਆ ਹੋਣਾ ਚਾਹੀਦਾ। ਬਿਲਕੁਲ। ਫਰੋਮ ਲਾਈਕ ਜਦੋਂ ਸਪੋਜ਼ ਅੱਜ ਤੁਸੀਂ ਕਰ ਰਹੇ ਆ ਤਾਂ ਲਾਸਟ 8 ਮੰਥਸ 'ਚ ਜਾਣਾ ਸੀ। ਲਾਸਟ 8 ਮੰਥਸ ਦੇ ਵਿੱਚੋਂ 3 ਮੰਥਸ ਚੂਜ਼ ਕਰਨੇ ਹੈਗੇ ਆ,
ईयर टू ईयर कंपैरिजन एनी 3 मंथ्स, सो एटलीस्ट 50% रेवेन्यू ड्रॉप डाउन होना चाहिए जी। लोन है 4% ਤੇ ਐਮortization ਟਾਈਮ ਹੈ 10 ਇਅਰਸ। ਅੱਛਾ ਜੀ, ਵਾਪਸ ਕਰਨ ਦਾ ਜਿਹੜਾ ਸਮਾਂ 10 ਸਾਲ ਚ। ਹਾਂਜੀ, ਪਰ ਇੱਕ ਹੋਰ ਬੈਨੀਫਿਟ ਹੈ ਕਿ ਪਹਿਲੇ ਸਾਲ ਤੁਸੀਂ ਸਿਰਫ ਇੰਟਰਸਟ ਹੀ ਪੇ ਕਰਨਾ ਹੈਗਾ। ਅੱਛਾ ਜੀ, ਸੋ ਪ੍ਰਿੰਸੀਪਲ ਡੈਫਰਡ ਹੋ ਜਾਏਗਾ। ਕੀ ਬਾਤ ਹੈ। ਹਾਂਜੀ, ਸੋ ਇਟਸ ਅ ਗੁੱਡ। ਸੋ ਕੈਨੇਡੀਅਨ ਗਵਰਨਮੈਂਟ ਕਾਫੀ ਹੈਲਪ ਕਰ ਰਹੀ ਹੈ ਜੀ ਬਿਜ਼ਨੈਸਸ ਨੂੰ ਪ੍ਰਮੋਟ ਕਰਨ ਦੇ ਲਈ, ਕਾਫੀ ਕਰ ਰਹੀ ਹੈ, ਉਹਨਾਂ ਨੂੰ ਬੂਸਟ ਕਰਨ ਦੇ ਲਈ, ਸਟਿਮੂਲੇਟ ਕਰਨ ਦੇ ਲਈ। ਯਾ ਇੱਕ ਮੇਰਾ ਸਵਾਲ ਸੀਗਾ ਜੀ ਕਿ 2 ਬੈਨੀਫਿਟਸ ਹੋਰ ਆਲਰੇਡੀ ਬਿਜ਼ਨੈਸਸ ਨੂੰ ਮਿਲੇ ਸੀਗੇ। ਇੱਕ ਸੀਗਾ ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ ਔਰ ਇੱਕ ਸੀ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ। ਹਾਂਜੀ, ਜਿਨ੍ਹਾਂ ਬਿਜ਼ਨੈਸ ਨੇ ਆਲਰੇਡੀ ਇਹ ਬੈਨੀਫਿਟਸ ਲਏ ਨੇ ਕਿ ਉਹ ਵੀ ਇਸ ਨਵੇਂ ਲੋਨ ਦੇ ਲਈ ਅਪਲਾਈ ਕਰ ਸਕਦੇ ਨੇ? ਹਾਂਜੀ ਮਨਜੀਤ ਜੀ, ਸਿਊਜ਼ ਐਂਡ ਸਰਸ ਦਾ ਬੜਾ ਇੰਪੋਰਟੈਂਟ ਰੋਲ ਹੈ। ਬੇਸਿਕਲੀ ਇਹ ਲੋਨ ਬੇਸਡ ਔਨ ਸਿਊਜ਼ ਐਂਡ ਸਰਸ। ਠੀਕ ਹੈ ਜੀ। ਜੇ ਬਾਈ ਚਾਂਸ ਬਿਜ਼ਨੈਸਿਸ ਨੇ ਨਹੀਂ ਲਿਆ ਸਿਊਜ਼ ਐਂਡ ਸਰਸ ਤਾਂ ਉਹ ਪਹਿਲਾਂ ਇਹ ਅਪਲਾਈ ਕਰਨਗੇ ਤਾਂ ਫਿਰ ਉਹ ਇਸ ਲੋਨ ਲਈ ਜਾ ਸਕਦੇ ਆ। ਠੀਕ ਹੈ, ਪਰ ਇਟਸ ਨਾਟ ਕੰਪਲਸਰੀ ਕਿ ਸੈਕੰਡ ਪੋਰਸ਼ਨ ਕਿ ਜੇ ਬਾਈ ਚਾਂਸ ਉਹਨਾਂ ਨੇ ਨਹੀਂ ਵੀ ਲਿਆ ਹੋਇਆ ਤਾਂ ਫਿਰ ਉਹ ਕੰਡੀਸ਼ਨ ਚੇਂਜ ਹੋ ਜਾਂਦੀ ਆ। ਬਿਜ਼ਨੈਸਿਸ ਨੂੰ 2 ਸਾਲ ਦੀਆਂ ਫਾਈਨੈਂਸ਼ੀਅਲਸ ਦਿਖਾਣੇ ਪੈਣਗੇ। ਅੱਛਾ ਜੀ, ਈਅਰ ਟੂ ਈਅਰ। ਠੀਕ ਹੈ, ਬਟ ਰੈਵਨਿਊ ਡ੍ਰੌਪ ਡਾਊਨ ਇਜ਼ ਸੇਮ। ਉਹ 50% ਚਾਹੀਦਾ ਐਟਲੀਸਟ ਫॉर 3 ਮੰਥਸ ਫਰਮ ਲਾਸਟ 8 ਮੰਥਸ। ਸੋ ਕਹਿੰਦਾ ਮਤਲਬ ਵੀ ਕਾਫੀ ਇਹ ਟੈਕਨੀਕਲ ਐਸਪੈਕਟ ਆ। ਤੁਸੀਂ ਆਪਣੇ ਅਕਾਊਂਟੈਂਟ ਦੇ ਨਾਲ ਜ਼ਰੂਰ ਸਲਾਹ ਕਰੋ। ਬਿਲਕੁਲ, ਸਲਾਹ ਕਰਨ ਤੋਂ ਬਾਅਦ ਅਵੇਲੇਬਿਲਿਟੀ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਜੀ। ਹਾਂਜੀ, ਅਪਲਾਈ ਕਰ ਸਕਦੇ ਹੈਗੇ। ਬਹੁਤ ਅੱਛਾ ਪ੍ਰੋਗਰਾਮ ਹੈਗਾ ਇਹ, ਕਿਉਂਕਿ ਰੇਟ ਆਫ ਇੰਟਰਸਟ ਬਹੁਤ ਘੱਟ ਹੈਗਾ। ਇਸੇ ਪ੍ਰੋਗਰਾਮ ਨਾਲ ਰਿਲੇਟਡ ਇੱਕ ਹੋਰ ਸਵਾਲ ਆ। ਹਾਂਜੀ, ਕਿ ਇਹ ਜਿਹੜਾ ਲੋਨ ਮਿਲਣਾ ਵਾ, ਪਤਾ ਨਹੀਂ ਮੈਨੂੰ ਕਿੰਨਾ ਮਿਲਣਾ ਵਾ, ਇਸ ਨੂੰ ਯੂਜ਼ ਕਰਨ ਦੀਆਂ ਵੀ ਕੋਈ ਗਾਈਡਲਾਈਨਸ ਨੇ ਕਿੱਥੇ ਕਿੱਥੇ ਯੂਜ਼ ਕਰ ਸਕਦੇ ਜੇ, ਜਾਂ ਇਹ ਜਿਹੜਾ ਬਿਜ਼ਨਸਮੈਨ ਆ ਉਹ ਡਿਸਾਈਡ ਕਰੇਗਾ ਵੀ ਕਿੱਥੇ ਕਰਨਾ? ਹਾਂਜੀ, ਨਹੀਂ ਉਹਨਾਂ ਨੇ ਮੈਂਸ਼ਨ ਕੀਤਾ ਹੈਗਾ ਹੈ, ਇਹ ਕੰਡੀਸ਼ਨ ਹੈਗੀ ਆ ਕਿ ਇਹ ਆਪਰੇਸ਼ਨਲ ਕੈਸ਼ ਫਲੋ ਹੈ। ਰੂਟੀਨ ਦੇ ਖਰਚੇ ਕਰਨ ਵਾਸਤੇ ਤੁਸੀਂ ਪੇਰੋਲ ਹੋ ਗਿਆ, ਰੈਂਟ ਹੈ, ਜਾਂ ਰੂਟੀਨ ਐਕਸਪੈਂਸਸ ਜਿਹੜੇ ਤੁਸੀਂ ਬਿਜ਼ਨਸ ਲਈ ਕਰਦੇ ਹੈਗੇ ਆ ਉੱਥੇ ਯੂਜ਼ ਕਰਨਾ ਹੈ। ਸੋ ਕਹਿੰਦਾ ਮਤਲਬ ਕਿ ਅਗਰ ਤੁਸੀਂ ਕੋਈ ਲੋਨ ਲਿਆ ਹੋਇਆ ਤਾਂ ਉਹਨੂੰ ਵਾਪਸ ਦੇਣਾ ਆ, ਉਹਦੇ ਲਈ ਤੁਸੀਂ ਇਹ ਯੂਜ਼ ਨਹੀਂ ਕਰ ਸਕਦੇ। ਅਨਦਰ ਥਿੰਗ ਇਜ਼ ਡੈਡਲਾਈਨ ਇਹਦੀ ਉਹਨਾਂ ਨੇ ਮੈਂਸ਼ਨ ਕਰ ਦਿੱਤੀ ਹੈ 30 ਜੂਨ 2021 ਇਹਦੀ ਡੈਡਲਾਈਨ ਹੈਗੀ ਆ ਜੀ। ਸੋ 30 ਜੂਨ ਤੱਕ ਤੁਸੀਂ ਐਪਲੀਕੇਸ਼ਨਸ ਜਿਹੜੀਆਂ ਉਹ ਦੇਣੀਆਂ ਆ। ਸੋ ਕਹਿਣ ਦਾ ਮਤਲਬ ਹੈ ਜੀ ਕਿ ਕੈਨੇਡਾ ਸਰਕਾਰ ਜਿਹੜੀ ਆ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਤੁਹਾਡੇ ਬਿਜ਼ਨੈਸਸ ਨੂੰ ਪੈਰਾਂ ਸਿਰ ਕਰ ਦਈਏ। ਸੋ ਵੱਖ-ਵੱਖ ਜਿਹੜੇ ਬੈਨੀਫਿਟਸ ਦਿੱਤੇ ਜਾ ਰਹੇ ਨੇ ਉਹਨਾਂ ਦੇ ਲਾਹੇ ਲਏ ਜਾਣ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੇ ਅਕਾਊਂਟੈਂਟਸ ਨੂੰ ਜ਼ਰੂਰ ਕੰਟੈਕਟ ਕਰੋ। ਹਾਂਜੀ ਮਮਤਾ ਜੀ, ਇੱਕ ਨਾ ਸਮੱਸਿਆ ਵਾ CRA ਦੇ ਨਾਲ ਰਿਲੇਟਡ ਲੋਕਾਂ ਨੂੰ ਫੇਸ ਕਰਨੀ ਪੈ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ। ਕਈਆਂ ਨੂੰ ਟੈਕਸਟ ਮੈਸੇਜ ਆ ਰਹੇ ਨੇ, ਕਈਆਂ ਨੂੰ ਫੋਨ ਕਾਲਸ ਆ ਰਹੀਆਂ ਨੇ, ਜਾਂ ਈਮੇਲਸ ਵੀ ਆ ਰਹੀਆਂ ਨੇ। ਹਾਂਜੀ, ਈਮੇਲਸ ਆ ਰਹੀਆਂ ਨੇ ਕਿ ਭਾਈ ਆ ਤੁਹਾਡਾ ਰਿਫੰਡ ਆ ਗਿਆ ਵਾ, ਕਲਿੱਕ ਕਰੋ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਜਾਊਗਾ। ਜਾਂ ਆ ਰਿਹਾ ਵਾ ਕਿ ਤੁਹਾਡੇ ਅਗੇਂਸਟ CRA ਵੱਲੋਂ ਕੋਈ ਕ੍ਰਿਮੀਨਲ ਕੇਸ ਜਿਹੜਾ ਹੈ ਉਹ ਰਜਿਸਟਰ ਕਰ ਦਿੱਤਾ ਜਾ। ਜੇ ਬਚਣਾ ਚਾਹੁੰਦੇ ਹੋ ਤਾਂ ਸਾਡੀਆਂ ਗਾਈਡਲਾਈਨਸ ਨੂੰ ਫੋਲੋ ਕਰੋ। ਬਿਲਕੁਲ, ਮੈਨੂੰ ਲੱਗਦਾ ਕਿ ਕੋਈ ਵੀ ਇਦਾਂ ਦੀ ਜੇ ਕਾਲ ਆ ਰਹੀ ਆ, ਕੋਈ ਈਮੇਲ ਆ ਰਹੀ ਆ, ਟੈਕਸਟ ਆ ਰਿਹਾ ਤਾਂ ਉਹਨੂੰ ਇਗਨੋਰ ਕਰ ਦਿਓ। ਇਹ ਫਰਾਡ ਨੇ, ਬਹੁਤ ਫਰਾਡ ਹੋ ਰਿਹਾ ਜੀ। I have some practical experience from my clients as well. ਅੱਛਾ ਜੀ। ਪਰ ਜਿੰਨਾ ਵੀ ਬਚ ਸਕਦੇ ਬਚ ਕੇ ਰਹੋ, ਕਿਉਂਕਿ ਫੋਨ ਕਾਲਸ ਤਾਂ ਬਹੁਤ ਹੀ ਕਾਮਨ ਹੈਗੀਆਂ। ਬਿਲਕੁਲ, CRA ਕਦੀ ਕਾਲ ਨਹੀਂ ਕਰਦੇ, ਦੇ ਆਰ ਆਲਰੇਡੀ ਸੋ ਬਿਜ਼ੀ। ਬਿਲਕੁਲ ਬਿਲਕੁਲ, ਠੀਕ ਹੈ। ਹੁਣ ਤੁਸੀਂ ਵੀ ਫੋਨ ਕਰੋਗੇ ਤਾਂ ਤੁਹਾਨੂੰ ਹੀ 1.5 ਘੰਟਾ ਵੇਟ ਕਰਨੀ ਪਏਗੀ ਬੇਸਿਕਲੀ। ਸਹੀ ਗੱਲ। ਸੋ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ, ਸੋ ਦੇ ਵਿਲ ਨੈਵਰ ਕਾਲ। ਸੋ CRA ਅਗਰ ਕੋਈ ਇਨਫੋਰਮੇਸ਼ਨ ਈਮੇਲ ਦੇ ਥਰੂ ਦੇ ਰਹੀ ਆ ਤਾਂ ਸਿਰਫ ਉਹ ਤੁਹਾਨੂੰ ਨੋਟਿਸ ਹੀ ਦਿੰਦੀ ਆ ਕਿ ਤੁਹਾਡੇ ਤੁਸੀਂ ਆਪਣਾ ਅਕਾਊਂਟ ਚੈੱਕ ਕਰ ਲਓ। ਠੀਕ ਹੈ, ਪਰ ਅਦਰਵਾਈਜ਼ ਕੋਈ ਟੈਕਸਟ ਜਾਂ ਕਾਲ ਆ ਰਹੀ ਆ ਜਾਂ ਕੋਈ ਅਦਰ ਈਮੇਲ ਆ ਰਹੀ ਆ ਤਾਂ ਉਹਨੂੰ ਤੁਸੀਂ ਅਵੋਇਡ ਕਰੋ। ਸੋ ਬਚਣ ਦੀ ਲੋੜ ਆ ਜੀ, ਸਤਰਕ ਰਹਿਣ ਦੀ ਲੋੜ ਆ। ਅਗਰ ਤੁਹਾਨੂੰ ਇਦਾਂ ਦੇ ਕੋਈ ਫੋਨ ਕਾਲਸ ਜਾਂ ਟੈਕਸਟ ਮੈਸੇਜ ਜਾਂ ਈਮੇਲ ਆ ਰਹੀ ਆ ਤੇ ਇਹਨਾਂ ਨੂੰ ਆਨਸਰ ਨਾ ਕਰੋ, ਔਰ ਆਪਣੀ ਜਿਹੜੀ ਪਰਸਨਲ ਪ੍ਰਾਈਵੇਟ ਇਨਫੋਰਮੇਸ਼ਨ ਆ ਉਹ ਵੀ ਇਹਨਾਂ ਦੇ ਨਾਲ ਸਾਂਝੀ ਨਾ ਕਰੋ। ਮਮਤਾ ਜੀ, ਜਾਣ ਤੋਂ ਪਹਿਲਾਂ ਹੋਰ ਕੋਈ ਅਪਡੇਟ, ਹੋਰ ਕੋਈ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕਰਨੀ ਚਾਹੋ? ਅਗਰ ਕਿਸੇ ਵੀ ਪਰਸਨ ਦਾ ਕੋਈ ਵੀ ਕੰਸਰਨ ਹੈ ਜੀ, ਕੋਈ ਕੁਐਸਚਨ ਹੈ, ਪ੍ਰਾਈਵੇਟਲੀ ਕੁਝ ਵੀ ਹੈ, ਮੈਨੂੰ ਕਦੀ ਵੀ ਕਾਲ ਕਰ ਸਕਦੇ ਹੋ। 7804620919 ਔਰ ਆਈ ਪ੍ਰੈਫਰ ਈਮੇਲ mamta@ekatrehan.com ਤੇ। ਮਮਤਾ ਜੀ, ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਕੋਈ ਹੋਰ ਅਪਡੇਟ ਜਾਂ ਕੋਈ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕਰਨੀ ਚਾਹੋ? ਹਾਂਜੀ ਮਨਜੀਤ ਜੀ, ਮੈਨੂੰ ਲੱਗਦਾ ਮੈਂ ਇੱਕ ਵਾਰੀ ਡੈਡਲਾਈਨਸ ਜ਼ਰੂਰ ਰਿਪੀਟ ਕਰੂੰ, ਕਿਉਂਕਿ RSP ਦੀ ਡੈਡਲਾਈਨ ਬਹੁਤ ਨਜ਼ਦੀਕ ਹੈਗੀ ਆ। ਸੋ ਤੁਹਾਡੇ ਕੋਲ 1 ਮਾਰਚ ਤੱਕ ਟਾਈਮ ਹੈਗਾ ਜੇ ਤੁਸੀਂ RSP 'ਚ ਕੰਟਰੀਬਿਊਟ ਕਰਨਾ ਹੈਗਾ ਜੀ। SEBA ਇਜ਼ ਕਮਿੰਗ ਟੂ ਡੈਡਲਾਈਨ 31 ਮਾਰਚ ਫॉर SEBA। ਤੇ ਜਿਹੜਾ ਅਸੀਂ ਹੁਣੇ ਪ੍ਰੋਗਰਾਮ ਡਿਸਕਸ ਕਰਕੇ ਹਟੇ ਆ HASCAP,
ਬਿਲਕੁਲ। ਇਹਦੀ ਡੈਡਲਾਈਨ 30 ਜੂਨ 2021 ਤੱਕ ਹੈ। ਬਹੁਤ ਸਾਰੇ ਬਿਜ਼ਨੈਸਿਸ ਸਿਊਜ਼ ਐਂਡ ਸਰਜ ਵੀ ਲੈ ਰਹੇ ਆ। ਬਿਲਕੁਲ। ਕੈਨੇਡਾ ਵੇਜ ਸਬਸਿਡੀ ਐਂਡ ਕੈਨੇਡਾ ਰੈਂਟ Rent ਸਬਸਿਡੀ, subsidy। ਉਹਨਾਂ ਦੀਆਂ ਡੈਡਲਾਈਨਸ ਵੀ 30 ਜੂਨ 2021 ਹੈ। ਬਾਕੀ ਜੇ ਤੁਸੀਂ ਤੁਹਾਡਾ ਕੋਈ ਪ੍ਰਾਈਵੇਟ ਕੁਐਸਚਨ ਹੈ, ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਤੁਸੀਂ ਮੈਨੂੰ ਆਫਿਸ ਕਾਲ ਕਰ ਸਕਦੇ ਹੋ 7804620919 ਤੇ, ਔਰ ਆਈ ਵਿਲ ਪ੍ਰੈਫਰ ਜੇ ਤੁਸੀਂ ਮੈਨੂੰ ਈਮੇਲ ਕਰ ਦਿਓ mamta@ek3 .com ਤੇ ਆਈ ਵਿਲ ਹੈਪੀ ਟੂ ਹੈਲਪ ਯੂ। ਮਮਤਾ ਜੀ ਬਹੁਤ ਬਹੁਤ ਧੰਨਵਾਦ ਆ, ਕਿਉਂਕਿ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢਦੇ ਜੇ, ਇੰਨੀ ਵਧੀਆ ਟੈਕਸੇਸ਼ਨ ਨਾਲ ਰਿਲੇਟਡ ਇੰਪੋਰਟੈਂਟ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਦੇ ਜੇ। ਆਉਣ ਵਾਲੇ ਐਪੀਸੋਡਸ ਦੇ ਵਿੱਚ ਫਿਰ ਤੁਹਾਨੂੰ ਇਨਵਾਈਟ ਕਰਾਂਗੇ, ਟੈਕਸੇਸ਼ਨ ਨਾਲ ਰਿਲੇਟਡ ਹੋਰ ਨਵੀਆਂ ਜਾਣਕਾਰੀਆਂ ਲੈ ਕੇ ਆਇਓ ਤਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਿਓ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮਨਜੀਤ ਜੀ। ਤੁਸੀਂ ਮੈਨੂੰ ਜਦੋਂ ਵੀ ਇਨਵਾਈਟ ਕਰੋਗੇ ਤਾਂ ਮੈਂ ਇੱਥੇ ਹਾਜ਼ਰ ਹਾਂ। ਧੰਨਵਾਦ। ਥੈਂਕ ਯੂ। ਸੋ ਇਹ ਸਨ EK ਤ੍ਰੇਹਨ ਦੇ ਮੈਨੇਜਿੰਗ ਡਾਇਰੈਕਟਰ ਮਮਤਾ ਤ੍ਰੇਹਨ ਜੀ, ਜਿਨ੍ਹਾਂ ਨੇ ਟੈਕਸ ਐਂਡ ਅਕਾਊਂਟਿੰਗ ਨਾਲ ਰਿਲੇਟਡ ਵੱਖ-ਵੱਖ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।